12ਵਾਂ ਕਾਂਡ। ਲਖਪਤ ਰਾਏ ਸਿੱਖਾਂ ਦੇ ਮਗਰ ਅਜਿਹਾ ਹੱਥ ਧੋ ਕੇ ਪਿਆ ਸੀ ਕਿ ਮਾਨੋ ਸਿੱਖ ਮਾਰਨੇ ਉਹ ਮੁਕਤੀ ਦਾ ਰਸਤਾ ਸਮਝਦਾ ਸੀ। ਬਿਜਲਾ ਸਿੰਘ ਦੀ ਜਵਾਨੀ ਪਾਠਕਾਂ ਨੇ ਕਈ ਹਾਲ ਸੁਣ ਲਏ ਹਨ। ਉਹਨਾਂ 'ਤੇ ਹੀ ਬਸ ਨਹੀਂ, ਇਸ ਨੇ ਖਾਲਸੇ ਦਾ ਬੀਜ ਨਾਸ ਕਰਨੋਂ ਫਰਕ ਨਹੀਂ ਕੀਤਾ। ਇਸ ਦੇ ਇਸ ਯਤਨ ਤੇ ਮਿਹਨਤ ਨੂੰ ਵੇਖ ਕੇ ਮੁਸਲਮਾਨ ਹਾਕਮ ਤਾਂ ਅੱਗੋਂ ਹੀ ਸਿੱਖਾਂ ਦਾ ਖੁਰਾ ਖੋਜ ਮਿਟਾ ਰਹੇ ਸਨ, ਪਰ ਹੁਣ ਤਾਂ ਸਾਰੇ ਪੰਜਾਬ ਵਿੱਚ ਪਿਛਲੀ ਅੱਗ ਦੂਣੀ ਹੋ ਮੱਚੀ। ਅਸਲ ਵਿੱਚ ਨਾਦਰ ਦੇ ਹਮਲੇ ਦੇ ਬਾਅਦ ਖਾਨ ਬਹਾਦਰ ਨੇ 1796 ਤੋਂ 1801 ਬਿਕਰਮੀ ਸੰਮਤ ਤੱਕ ਸਿੱਖਾਂ ਦੀ ਕਤਲਾਮ ਜਾਰੀ ਰੱਖੀ ਸੀ। ਪਿੰਡ ਦੇ ਚੌਧਰੀਆਂ ਨੂੰ ਹੁਕਮ ਸੀ ਕਿ ਜਿੱਥੇ ਸਿੱਖ ਮਿਲੇ ਮਰਵਾ ਦਿਓ ਤੇ ਘਰ-ਬਾਰ ਜ਼ਮੀਨ ਜ਼ਬਤ ਕਰ ਲਓ। ਗਸ਼ਤੀ ਫੌਜ ਇਲਾਕਿਆਂ ਵਿੱਚ ਸਿੱਖਾਂ ਨੂੰ ਮਾਰਨ ਵਾਸਤੇ ਫਿਰਨ ਲੱਗੀ। ਤਵਾਰੀਖ ਤੇ ਪੁਰਾਣੇ ਗ੍ਰੰਥਾਂ ਨੂੰ ਪੜ੍ਹ ਕੇ ਸਰੀਰ ਕੰਬ ਉੱਠਦਾ ਹੈ। ਜੋ ਕਹਿਰ ਉਸ ਸਮੇਂ ਖਾਲਸੇ ਨੇ ਬਹਾਦਰੀ ਨਾਲ ਸਹਾਰੇ। ਲੇਖਣੀ ਲਿਖ ਨਹੀਂ ਸਕਦੀ, ਅੱਖਾਂ ਪੜ੍ਹ ਨਹੀਂ ਸਕਦੀਆਂ, ਕੰਨ ਸੁਣ ਨਹੀਂ ਸਕਦੇ। ਪਿੰਡੀ ਤੇ ਸ਼ਹਿਰੀ ਸਿੱਖ ਮਾਰੇ ਗਏ। ਮੁਖਬਰੀਆਂ ਦਾ ਬਾਜ਼ਾਰ ਡਾਢੀ ਰੌਣਕਪੁਰ ਹੋ ਗਿਆ ਸੀ। ਸਿੱਖਾਂ ਦੇ ਫੜਵਾਉਣ ਵਾਲਿਆਂ ਨੂੰ ਚੋਖੇ ਚੋਖੇ ਇਨਾਮ ਮਿਲਦੇ, ਪਰ ਵਾਹ ਖਾਲਸਾ ਝਵਿਆ ਨਹੀਂ। ਫੜੇ ਗਏ ਤਾਂ ਹੱਸ ਕੇ ਮਰੇ। ਅਨੇਕਾਂ ਸ਼ਹਿਰਾਂ ਪਿੰਡਾਂ ਨੂੰ ਛੱਡ ਕੇ ਜੰਗਲਾਂ ਪਹਾੜਾਂ ਵਿੱਚ ਜਾ ਵਸੇ ਔਰ ਪਿਆਰੇ ਸਿੱਖ ਧਰਮ ਦੀ ਖਾਤਰ ਅਸਹਿ ਤੇ ਅਕਹਿ ਕਸ਼ਟ ਸਹਾਰੇ। ਇੱਥੋਂ ਤੀਕ ਕੇ ਸਿੰਘਾਂ ਦੇ ਜਥੇ ਜੋ ਗਸ਼ਤੀ ਫੌਜਾਂ ਦੇ ਕਾਬੂ ਚੜ੍ਹ ਜਾਂਦੇ ਤਾਂ ਲਾਹੌਰ ਲਿਆ ਕੇ ਤਸੀਹ ਦੇ ਕੇ ਮਾਰੇ ਜਾਂਦੇ। ਚਰਖੜੀਆਂ ਤੇ ਚਾੜ੍ਹਨਾ ਤੇ ਅਨੇਕਾਂ ਕਸ਼ਟ ਦੇਣੇ। ਲਾਹੌਰ ਸਿੰਘਾਂ ਦੇ ਸਿਰਾਂ ਨਾਲ ਖੂਹ ਭਰੇ ਗਏ ਤੇ ਬੁਰਜ ਉਸਾਰੇ ਗਏ। ਇੰਨੀ ਦਿਨੀ ਹੀ ਦਰਬਾਰ ਸਾਹਿਬ ਵਿੱਚ ਮੱਸਾ ਰੰਗੜ ਬੇਅਦਬੀ ਕਰ ਰਿਹਾ ਸੀ, ਜਦੋਂ ਕਿ ਮਤਾਬ ਸਿੰਘ ਨੇ ਆ ਕੇ ਉਸ ਦਾ ਸਿਰ ਵੱਢ ਲਿਆ ਸੀ। ਦਰਬਾਰ ਸਾਹਿਬ ਦੇ ਇਰਦ ਗਿਰਦ ਫੌਜ ਦਾ ਪਹਿਰਾ ਰਹਿੰਦਾ ਸੀ ਕਿ ਕੋਈ ਸਿੱਖ ਮੰਦਰ ਵਿੱਚ ਨਾ ਆਉਣਾ ਪਾਵੇ, ਕਿਉਂਕਿ ਇਹ ਇੱਕ ਕਹਾਵਤ ਚੱਲੀ ਆਉਂਦੀ ਹੈ ਕਿ ਇੱਕ ਦਿਨ ਨਵਾਬ ਲਾਹੌਰ ਨੇ ਸਿੱਖਾਂ ਦੇ ਐਡੇ ਬਲੀ ਹੋਣ ਦਾ ਔਰ ਧਰਮ ਨਾ ਛੱਡਣ ਦਾ ਕਾਰਨ ਪੁੱਛਿਆ। ਤਦ ਕਿਸੇ ਜੋਤਸ਼ੀ ਨੇ ਦੱਸਿਆ ਕਿ ਇਹ ਲੋਕ ਅੰਮ੍ਰਿਤ ਛਕਦੇ ਹਨ। ਇਹਨਾਂ ਦੇ ਗੁਰੂ ਵੱਡੇ ਉਲਿਆ ਸਨ। ਉਹਨਾਂ ਦਾ ਅੰਮ੍ਰਿਤ ਪੀ ਕੇ ਇਹ ਅਮਰ ਹੋ ਜਾਂਦੇ ਹਨ ਅਤੇ ਅੰਮ੍ਰਿਤਸਰ ਇਸ਼ਨਾਨ ਕਰਕੇ ਆਪਣੇ ਬਲ ਦਾ ਵਾਧਾ ਪ੍ਰਾਪਤ ਕਰਦੇ ਹਨ। ਇਹ ਗੱਲ ਸੁਣ ਕੇ ਉਹਨਾਂ ਨੇ ਅੰਮ੍ਰਿਤਸਰ ਵਿੱਚ ਸਿੱਖਾਂ ਦਾ ਨਹਾਉਣਾ ਰੋਕ ਦਿੱਤਾ, ਪਰ ਉਹ ਮੂਰਖ ਕੀ ਜਾਣਨ। ਸਿੱਖ ਕੱਚੀ ਮਿੱਟੀ ਦੇ ਘੜੇ ਹੋਏ ਨਹੀਂ ਹਨ। ਇਹਨਾਂ ਦੇ ਮਨ ਫੌਲਾਦ ਨਾਲੋਂ ਵੀ ਕਰੜੇ ਤੇ ਪੱਥਰ ਨਾਲੋਂ ਵੀ ਪੀਡੇ ਹਨ। ਖਾਲਸਾ ਰਾਤ ਨੂੰ ਚੋਰੀ ਇਸ਼ਨਾਨ ਕਰ ਜਾਇਆ ਕਰੇ। ਕਈ ਵਾਰੀ ਨਹਾਉਂਦੇ ਸਿੰਘ ਦਰਬਾਰ ਸਾਹਿਬ ਦੇ ਉਹਨਾਂ ਪਵਿੱਤਰ ਪੋੜਾਂ ਉੱਤੇ ਜਿੱਥੇ ਅੱਜ ਕੱਲ੍ਹ ਪੱਥਰਾਂ ਦੇ ਬੁੱਤ ਪਏ ਪੂਜੇ ਜਾ ਰਹੇ ਹਨ। ਇੱਥੇ ਇਹ ਦੱਸਣਾ ਜ਼ਰੂਰੀ ਹੈ, ਸ਼ੁਕਰ ਹੈ ਕਿ ਹੁਣ ਪੰਥ ਨੇ ਆਵਾਜ਼ ਸੁਣੀ ਤੇ ਪਾਸਾ ਪਰਤਿਆ ਤੇ ਨਵੀਂ ਜਾਗ ਆਈ ਹੈ। ਚੀਫ ਖਾਲਸਾ ਦੀਵਾਨ ਦਾ ਪ੍ਰਚਾਰ ਜ਼ੋਰ ਪਕੜ ਗਿਆ ਤੇ ਇਹ ਬੁੱਤ ਸੰਨ 1904 ਈਸਵੀ ਵਿੱਚ ਉਠਾ ਦਿੱਤੇ ਗਏ। ਹਾਂ ਪਿਆਰੇ ਪਾਠਕ, ਉਹਨਾਂ ਧਰਮ ਖਿਆਤ ਪੌੜਾਂ ਉੱਤੇ ਇਸ਼ਨਾਨ ਕਰਦੇ ਤੇ ਜਪ ਸਾਹਿਬ ਉਚਾਰਦੇ ਪਹਿਰੇਦਾਰਾਂ ਦੀਆਂ ਬੰਦੂਕਾਂ ਦਾ ਨਿਸ਼ਾਨਾ ਹੋ ਕੇ ਸ਼ਹੀਦੀ ਪਾਉਂਦੇ, ਪਰੰਤੂ ਹੱਠ ਨਾ ਛੱਡਦੇ। ਇਸ ਅਵਸਥਾ ਨੂੰ ਵੇਖ ਕੇ ਇੱਕ ਦਿਨ ਤੁਰਕ ਅਫਸਰ ਨੇ ਬੋਲੀ ਮਾਰੀ ਕਿ ਜੇ ਸਿੰਘ ਹਨ ਤਾਂ ਦਿਨ ਦਿਹਾੜੇ ਆ ਕੇ ਨਹਾਉਣ, ਰਾਤ ਗਿੱਦੜਾਂ ਵਾਂਗੂ ਕਿਉਂ ਆਉਂਦੇ ਹਨ। ਇਹ ਬੋਲੀ ਜਦ ਸਿੱਖਾਂ ਨੇ ਸੁਣੀ ਤਾਂ ਅੱਗ ਭਬੂਕਾ ਹੋ ਗਏ। ਸੁੱਖਾ ਸਿੰਘ ਨਾਮੇ ਇੱਕ ਸਿੰਘ ਸੀ ਜੋ ਪਹਿਲੇ ਆਪਣੇ ਪਿੰਡ ਵਿੱਚ ਵਸਦਾ ਸੀ ਔਰ ਤੁਰਕਾਂ ਦੇ ਜ਼ੁਲਮ ਤੋਂ ਡਰਦੇ ਉਸ ਦੇ ਮਾਪਿਆਂ ਨੇ ਉਸ ਦੀ ਬੇਹੋਸ਼ੀ ਵਿੱਚ ਉਸ ਦੇ ਕੇਸ ਕਤਰਾ ਦਿੱਤੇ ਸਨ। ਸੁੱਖਾ ਸਿੰਘ ਇਹ ਅਨਰਥ ਦੇਖ ਕੇ ਆਤਮਘਾਤ ਕਰਨ ਲੱਗਾ ਸੀ ਕਿ ਇੱਕ ਸਿੱਖ ਨੇ ਕਿਹਾ, ਸ਼ਹੀਦ ਹੋ ਕੇ ਮਰ, ਅਜਾਈਂ ਮੌਤ ਕਿਉਂ ਮਰਦਾ ਹੈ। ਤਦੋਂ ਤੋਂ ਹੀ ਸੁੱਖਾ ਸਿੰਘ ਸਾਡੇ ਸਰਦਾਰ ਸ਼ਾਮ ਸਿੰਘ ਦੇ ਜਥੇ ਵਿੱਚ ਅਪੜਿਆ ਤੇ ਸਰਦਾਰ ਪਾਸੋਂ ਮੁੜ ਅੰਮ੍ਰਿਤ ਛਕ ਕੇ ਅਜਿਹਾ ਪੱਕਾ ਬਹਾਦਰ ਸਿੰਘ ਹੋ ਗਿਆ ਸੀ ਕਿ ਉਸ ਦੀਆਂ ਬਹਾਦਰੀਆਂ ਦੀ ਪੰਥ ਵਿੱਚ ਧਾਂਕ ਪੈ ਗਈ ਸੀ। ਇੱਥੋਂ ਤਾਈਂ ਕਿ ਪੰਥ ਨੇ ਉਸ ਨੂੰ ਇੱਕ ਜਥੇ ਦਾ ਸਰਦਾਰ ਥਾਪ ਦਿੱਤਾ ਸੀ। ਸੋ ਇਹ ਬਹਾਦਰ ਹਾਕਮਾਂ ਦਾ ਮਿਹਣਾ ਸੁਣ ਕੇ ਇੱਕ ਵੇਰ ਦਿਨ ਦੀਵੀਂ ਸ਼੍ਰੀ ਅੰਮ੍ਰਿਤਸਰ ਇਸ਼ਨਾਨ ਕਰਨ ਗਿਆ ਸੀ।
ਪਹਿਰੇ ਦੀ ਫੌਜ ਨੇ ਸਾਹਮਣਾ ਕੀਤਾ ਤਾਂ ਇਸ ਇਕੱਲੇ ਨੇ ਕਈਆਂ ਦੇ ਆਹੂ ਲਾਹੇ ਔਰ ਜਿਉਂਦਾ ਨਿਕਲ ਆਇਆ। ਇਸ ਗੱਲ 'ਤੇ ਸ਼ਰਮ ਖਾ ਕੇ ਹਾਕਮਾਂ ਨੇ ਸ਼੍ਰੀ ਅੰਮ੍ਰਿਤਸਰ ਜੀ ਦੇ ਤਾਲ ਵਿੱਚ ਮਿੱਟੀ ਪਾ ਕੇ ਭਰ ਦਿੱਤਾ ਔਰ ਨਹਾਉਣ ਦੀ ਕੋਈ ਵਾਹ ਨਾ ਰਹਿਣ ਦਿੱਤੀ। 1802 ਵਿਕਰਮੀ ਸੰਮਤ ਵਿੱਚ ਖਾਨ ਬਹਾਦਰ ਮੋਇਆ ਤੇ ਯਹੀਆ ਖਾਨ ਨੇ ਹਕੂਮਤ ਸੰਭਾਲੀ। ਇਸ ਨੇ ਪਿਓ ਤੋਂ ਵੱਧ ਅੱਤ ਚਾਈ। ਅਜਿਹਾ ਭਿਆਨਕ ਹਾਲ ਖਾਲਸੇ ਦਾ ਉਸ ਸਮੇਂ ਸੀ ਕਿ ਕੱਖ ਵੀ ਵੈਰੀ ਸਨ। ਹੁਣ ਆਪਣੀ ਕਥਾ ਦੀ ਲੜੀ ਫੇਰ ਜੋੜਦੇ ਹਾਂ। ਜਦ ਸੁੰਦਰੀ ਘੋੜੇ 'ਤੇ ਚੜ੍ਹ ਕੇ ਨੱਠੀ ਹੈ ਤਦ ਪੱਤਣ ਤੋਂ ਅੱਗੋਂ ਦੀ ਇੱਡੀ ਵਿੱਥ ਪਰ ਹੋ ਕੇ ਨਿਕਲ ਗਈ ਤੇ ਇਸ ਨੂੰ ਖਾਲਸੇ ਦਾ ਦਲ ਕਿਤੇ ਨਾ ਮਿਲਿਆ, ਕਿਉਂਕਿ ਇਸ ਨੂੰ ਰਸਤਿਆਂ ਦਾ ਪਤਾ ਮਾਲੂਮ ਨਹੀਂ ਸੀ। ਹੁਣ ਕਦਮ ਕਦਮ 'ਤੇ ਇਹ ਸੰਸਾ ਉਤਪੰਨ ਹੁੰਦਾ ਸੀ ਕਿ ਵੈਰੀ ਮੇਰੇ ਮਗਰ ਆਏ ਕਿ ਆਏ। ਘੋੜੇ ਚੜ੍ਹੀ ਜਾਂਦੀ, ਮੁੜ ਮੁੜ ਪਿੱਛੇ ਵੇਖਦੀ ਔਰ ਦਿਲ ਵਿੱਚ ਸ਼ੋਕ ਕਰਦੀ ਹੈ ਕਿ ਕਟਾਰ ਉਸ ਸਿਪਾਹੀ ਦੇ ਢਿੱਡ ਵਿੱਚ ਰਹੀ ਜਿਸ ਨੂੰ ਪਹਾੜੀ ਉੱਤੇ ਮਾਰਿਆ ਸੀ, ਤੇ ਤਲਵਾਰ ਉਸ ਅਮੀਰ ਨਾ ਸ਼ੁਕਰੇ ਦੇ ਪੇਟ ਪਾਸ ਸੁੱਟੀ। ਕੋਈ ਹਥਿਆਰ ਨਾਲ ਨਾ ਲਿਆਈ। ਜੇ ਕੋਈ ਮਾਮਲਾ ਆ ਬਣਿਆ ਤਾਂ ਕੀ ਕਰਾਂਗੀ। ਫਿਰ ਜੀ ਵਿੱਚ ਇਹ ਸੋਚਦੀ ਕਿ ਜਿਸ ਗੁਰੂ ਗੋਬਿੰਦ ਸਿੰਘ ਜੀ ਨੇ ਐਡੇ ਕਸ਼ਟਾਂ ਵਿੱਚੋਂ ਕੱਢ ਲਿਆ ਹੈ ਉਹ ਹਰ ਵੇਲੇ ਸਹਾਈ ਹਨ, ਮੈਂ ਕਿਉਂ ਡੋਲਾਂ। ਇਸ ਸਿੰਘਣੀ ਦਾ ਜਿਗਰਾ ਕਿਹਾ ਹੌਸਲੇ ਵਾਲਾ ਸੀ। ਪੇਟੋਂ ਭੁੱਖੀ, ਸਫ਼ਰ ਦੀ ਥੱਕੀ ਟੁੱਟੀ ਹੋਈ, ਕੈਦ ਦੇ ਅਸਹਿ ਕਸ਼ਟਾਂ ਤੋਂ ਹੁੱਟੀ ਹੋਈ, ਭਰਾਵਾਂ ਦੇ ਵਿਛੋੜੇ ਤੋਂ ਘਾਬਰੀ ਹੋਈ, ਉਜਾੜ ਬੀਆਵਾਨ ਵਿੱਚ ਇਕੱਲੀ ਭਟਕਦੀ ਹੋਈ, ਗੁਰੂ ਜੀ ਨੂੰ ਆਪਣਾ ਸੱਚਾ ਸਹਾਈ ਜਾਣ ਕੇ ਦਿਲ ਦੀ ਕੁਦਰਤੀ ਨਿਰਾਸ਼ ਕਰਨ ਵਾਲੀ ਦਿਲ ਝਵੀਂ ਨੂੰ ਵਿਚਾਰ ਨਾਲ ਜਿੱਤ ਰਹੀ ਹੈ। ਕੁਛ ਦੂਰ ਜਾ ਕੇ ਅਚਾਨਕ ਇੱਕ ਛੰਭ ਨਿਰਮਲ ਜਲ ਦਾ ਦਿਸਿਆ, ਜਿਸ ਦੇ ਕਿਨਾਰੇ ਰੰਗ ਰੰਗ ਦੇ ਪੰਛੀ ਕਲੋਲ ਕਰ ਰਹੇ ਸਨ। ਨਿਰਮਲ ਜਲ ਵੇਖ ਕੇ ਸੁੰਦਰੀ ਨੇ ਬੇਵਸੀ ਹੋ ਘੋੜੇ ਤੋਂ ਉਤਰ ਕੇ ਉਸ ਨੂੰ ਇੱਕ ਬੂਟੇ ਨਾਲ ਬੰਨਿਆ। ਜਰਾ ਸਸਤਾ ਕੇ ਇਸ਼ਨਾਨ ਕੀਤਾ ਔਰ ਕੁਝ ਜਲ ਛਕਿਆ। ਫਿਰ ਜਪਜੀ ਸਾਹਿਬ ਦਾ ਪਾਠ ਕੀਤਾ, ਹਜ਼ਾਰੇ ਦੇ ਸ਼ਬਦ ਪੜ੍ਹੇ। ਪ੍ਰਾਰਥਨਾ ਕਰਦੀ ਹੋਈ ਅਜਿਹੀ ਮਗਨ ਹੋਈ ਕਿ ਮਾਨੋ ਪੱਥਰ ਦੀ ਮੂਰਤੀ ਬੈਠੀ ਹੈ। ਮੁਰਗਾਬੀਆਂ ਤੇ ਸਾਰਸ ਅਰ ਕਈ ਤਰ੍ਹਾਂ ਦੇ ਪੰਛੀ ਉਸ ਦੇ ਆਲੇ ਦੁਆਲੇ ਨਿਰਭੈ ਫਿਰਨ ਲੱਗ ਪਏ। ਇਸ ਦਸ਼ਾ ਵਿੱਚ ਉਸ ਨੂੰ ਕੋਈ 1.5 ਘੰਟਾ ਬੀਤ ਗਿਆ, ਪਰ ਸੁੰਦਰੀ ਨੂੰ ਇੱਕ ਪਲ ਜਿੰਨਾ ਵੀ ਨਾ ਪਾਸਿਆ, ਕਿਉਂਕਿ ਉਹ ਇਕਾਗਰ ਹੋਈ ਸੁਖੋਪਤੀ ਤੇ ਆਤਮਾਨੰਦ ਦੇ ਰਲਵੇਂ ਰੰਗ ਵਿੱਚ ਟਿਕ ਗਈ ਸੀ। ਦੁਨੀਆ ਦੇ ਸਾਰੇ ਦੁਖੜੇ ਇਸ ਵੇਲੇ ਭੁੱਲ ਗਏ ਸਨ। ਨਾਮ ਦੀ ਖਿੱਚ ਕਰਕੇ ਟਿਕੀ ਹੋਈ ਸੁੰਦਰੀ ਆਪ ਸੀ ਜਾਂ ਗੁਰੂ ਮਹਾਰਾਜ ਜੀ ਜਿਨ੍ਹਾਂ ਵਿੱਚ ਉਸ ਦੀ ਸੁਰਤ ਲੱਗ ਰਹੀ ਸੀ। ਇਸ ਦਸ਼ਾ ਵਿੱਚੋਂ ਸੁੰਦਰੀ ਦੀ ਜਾਗ ਇੱਕ ਬੰਦੂਕ ਦੀ ਗੋਲੀ ਦੀ ਆਵਾਜ਼ ਨਾਲ ਖੁੱਲ੍ਹੀ। ਅੱਖਾਂ ਖੁੱਲ੍ਹੀਆਂ ਤਾਂ ਕੀ ਵੇਖਦੀ ਹੈ ਕਿ ਛੰਭ ਦੇ ਦੂਜੇ ਕੰਢੇ 10-20 ਸਵਾਰ ਸ਼ਿਕਾਰ ਖੇਡ ਰਹੇ ਹਨ। ਉਹਨਾਂ ਦੀ ਗੋਲੀ ਸੁੰਦਰੀ ਦੇ ਕੋਲੋਂ ਇੱਕ ਗਿੱਠ ਪਰ ਫਰਕ ਤੇ ਸਰ ਕਰਦੀ ਲੰਘ ਗਈ ਸੀ ਔਰ ਇਸ ਦੇ ਨੇੜੇ ਇੱਕ ਸੁਰਖਾਬ ਨੂੰ ਫੁੰਡ ਗਈ ਸੀ। ਇਹ ਵੇਖ ਕੇ ਸੁੰਦਰੀ ਘਬਰਾ ਕੇ ਉੱਠੀ, ਛੇਤੀ ਨਾਲ ਘੋੜੇ 'ਤੇ ਚੜ੍ਹੀ ਔਰ ਦੂਰੋਂ ਤਾੜਨ ਲੱਗੀ ਕਿ ਇਹ ਕੌਣ ਹਨ। ਤਾਂ ਪਛਾਣਿਆ ਕਿ ਉਹ ਤੁਰਕ ਹਨ ਔਰ ਉਹਨਾਂ ਦੇ ਵਿੱਚ ਉਹ ਹਾਕਮ ਵੀ ਹੈ ਜਿਸ ਨੇ ਸੁੰਦਰੀ ਨੂੰ ਬਿਪਤਾ ਵਿੱਚ ਘੱਤ ਸਿੱਟਿਆ ਸੀ। ਸੁੰਦਰੀ ਕੰਬੀ, ਫੇਰ ਕੁਝ ਸੋਚੀ ਔਰ ਦਿਲ ਕਰੜਾ ਕਰਕੇ ਘੋੜੇ ਨੂੰ ਅੱਡੀ ਲਾ ਕੇ ਹਵਾ ਹੋ ਗਈ। ਸ਼ਿਕਾਰੀ ਆਪਣੀ ਥਾਂ ਹੈਰਾਨ ਸਨ ਕਿ ਮੁਰਗਾਬੀਆਂ ਦੇ ਝੁੰਡ ਵਿੱਚੋਂ ਇਹ ਕਿਹੜਾ ਰਾਜਹੰਸ ਨਿਕਲ ਆਇਆ। ਹਰਿਆਨਗੀ ਦੇ ਮਾਰੇ ਨਾਲੇ ਬੰਦੂਕ ਨਾਲ ਫੁੰਡੇ ਸ਼ਿਕਾਰ ਨੂੰ ਹਲਾਲ ਕਰਨ ਦੀ ਨੀਅਤ ਧਾਰ ਕੇ ਘੋੜਿਆਂ ਨੂੰ ਅੱਡੀ ਲਾ ਕੇ ਉਹ ਉਸ ਪਾਸ ਆਏ ਤੇ ਨਾਲੇ ਸੁੰਦਰੀ ਨੂੰ ਨੱਸਦਿਆਂ ਵੇਖ ਕੇ ਆਪਣੀ ਹਰਿਆਨਗੀ ਮੱਠੀ ਕਰਨ ਲਈ ਪਿੱਛੇ ਦੌੜੇ ਔਰ ਉਸ ਦੇ ਘੋੜੇ ਨੂੰ ਕੁਝ ਦੂਰ ਜਾ ਘੇਰਿਆ। ਹਾਕਮ ਨੇ ਸੁੰਦਰੀ ਨੂੰ ਪਛਾਣਿਆ ਔਰ ਬੇਵਸਾ ਹੋ ਕੇ ਬੋਲਿਆ, ਸ਼ੁਕਰ ਖੁਦਾਵੰਦ ਕਰੀਮ ਦਾ ਜਿਨੇ ਇਸ ਤਰ੍ਹਾਂ ਮੇਲ ਕਰਾ ਦਿੱਤਾ। ਸ਼ੁਕਰ ਹੈ, ਲੱਖ ਲੱਖ ਸ਼ੁਕਰ ਹੈ। ਇਹ ਕਹਿੰਦਾ ਹੀ ਘੋੜੇ 'ਤੇ ਬੇਹੋਸ਼ ਜਿਹਾ ਹੋ ਗਿਆ। ਸਾਰੇ ਸਾਥੀ ਅਚੰਭਤ ਖੜੇ ਸਨ। ਸੁੰਦਰੀ ਚਾਰ ਚੁਫੇਰਿਓਂ ਘਿਰੀ ਹੋਈ ਪਰੇਸ਼ਾਨ ਮਨ ਨਾਲ ਆਪਣੀ ਨਵੀਂ ਆਪਦਾ ਨੂੰ ਵੇਖ ਰਹੀ ਸੀ। ਹਾਕਮ ਨੇ ਫੇਰ ਅੱਖਾਂ ਖੋਲ੍ਹੀਆਂ ਔਰ ਕਿਹਾ,
ਤੇਰਾ ਜਨਮ ਕਿੰਨਾ ਕਾਫਰਾਂ ਦੇ ਹੋਇਆ। ਆਹ ਕਹੀਂ ਬਹਾਦਰ ਹੈ, ਘੋੜੇ ਪਰ ਕਹੀ ਰਾਨ ਪਟੜੀ ਜਮਾਈ ਉੜਦੀ ਰਹੀ ਹੈ। ਮਰਦਾਂ ਨੂੰ ਪਰੇ ਸਿੱਟਦੀ ਹੈ। ਬੇਸ਼ੱਕ ਇਹ ਮਾਹਰੂ ਬੇਗਮ ਬਣਾਉਣ ਦੇ ਲਾਇਕ ਹੈ, ਪਰ ਪਤਾ ਨਹੀਂ ਮੈਥੋਂ ਕਿਉਂ ਡਰਦੀ ਹੈ। ਸੁੰਦਰ ਤਾਂ ਮੈਂ ਵੀ ਹਾਂ, ਖਬਰੇ ਇਸ ਗੱਲੋਂ ਨੱਸਦੀ ਹੈ ਕਿ ਇਸ ਦਾ ਮਨ ਇਸ ਤਰ੍ਹਾਂ ਖੁੱਲ੍ਹੇ ਫਿਰਨ ਨੂੰ ਚਾਹੁੰਦਾ ਹੈ ਕਿ ਹਰਨਾਂ ਵਾਂਗ ਬਨਾਂ ਵਿੱਚ ਚੌਂਕੜੀਆਂ ਭਰਦੀ ਫਿਰਾਂ, ਪਰ ਮੇਰੇ ਮਹਿਲਾਂ ਵਿੱਚ ਪਰਦੇ ਦੀ ਕੈਦ ਹੈ। ਹੂੰ, ਠੀਕ ਹੈ, ਠੀਕ ਬੁੱਝਿਆ ਹੈ। ਤੁਸੀਂ ਘਾਬਰੋ ਨਾ, ਮੈਂ ਵੀ ਤੁਹਾਨੂੰ ਖੁੱਲ੍ਹਿਆਂ ਰੱਖਾਂਗਾ। ਕਸਮ ਨਬੀ ਰਸੂਲ ਦੀ, ਮੈਂ ਤੁਹਾਨੂੰ ਦਿਲੋਂ ਪਿਆਰ ਕਰਦਾ ਹਾਂ। ਮੈਂ ਸ਼ਾਇਰ ਹਾਂ, ਜੱਟ ਗਵਾਰ ਨਹੀਂ। ਚਲੋ ਹੁਣ ਸ਼ਹਿਰ ਲੈ ਚੱਲੀਏ, ਇਹ ਕਹਿ ਕੇ ਹੱਸ ਪਿਆ। ਸੁੰਦਰੀ ਇਸ ਵੇਲੇ ਬਾਤਚੀਤ ਨੂੰ ਨਹੀਂ ਸੁਣ ਰਹੀ ਸੀ। ਅੱਖਾਂ ਮੀਟੀ ਪ੍ਰਾਰਥਨਾ ਕਰ ਰਹੀ ਸੀ ਕਿ ਹੇ ਅਕਾਲ ਪੁਰਖ, ਇਸ ਵੇਲੇ ਥੰਮਾਂ ਵਿੱਚੋਂ ਬਾੜੋ ਔਰ ਮੇਰੇ ਧਰਮ ਦੀ ਰੱਖਿਆ ਕਰੋ। ਕੋਈ ਆਸਰਾ ਆਪ ਦੀ ਕਿਰਪਾ ਬਿਨਾਂ ਨਹੀਂ ਹੈ। ਇਸ ਪ੍ਰਕਾਰ ਦੀ ਪ੍ਰਾਰਥਨਾ ਡੂੰਘੇ ਔਰ ਇਕਾਗਰ ਚਿੱਤੋਂ ਅਜਿਹੀ ਨਿਕਲੀ ਕਿ ਕਰਤਾਰ ਦੇ ਚਰਨਾਂ ਵਿੱਚ ਅਪੜੀ ਔਰ ਬੰਦ ਅੱਖਾਂ ਵਿੱਚ ਹੀ ਸੁੰਦਰੀ ਨੂੰ ਆਪਣੇ ਭਰਾ ਔਰ ਕੁਝ ਸਿੱਖਾਂ ਦਾ ਦਰਸ਼ਨ ਹੋਇਆ ਕਿ ਘੋੜਿਆਂ 'ਤੇ ਸਵਾਰ ਚਲੇ ਆ ਰਹੇ ਹਨ ਔਰ ਆਕਾਸ਼ ਵਿੱਚੋਂ ਗੁਰੂ ਸਾਹਿਬ ਜੀ ਆਪਣੇ ਤੇਜ ਵਿੱਚ ਖੜੇ ਇਸ਼ਾਰੇ ਕਰ ਰਹੇ ਹਨ ਕਿ ਐਸ ਰਸਤੇ ਜਾਓ। ਸੁੰਦਰੀ ਬੇਵਸੀ ਹੋ ਕੇ ਚੀਕ ਉੱਠੀ, ਪਿਆਰੇ ਵੀਰ, ਛੇਤੀ ਪਹੁੰਚੋ ਵੀਰ ਵੇ, ਐਸ ਪਾਸੇ। ਇਹ ਦੁਹਾਈ ਏਡੀ ਕੜਕਵੀਂ ਆਵਾਜ਼ ਵਿੱਚੋਂ ਨਿਕਲੀ ਕਿ ਘੋੜੇ ਤੱਕ ਤਰਬਕ ਉੱਠੇ ਔਰ ਸੁੰਦਰੀ ਦੀਆਂ ਅੱਖਾਂ ਵੀ ਖੁੱਲ੍ਹ ਗਈਆਂ। ਕੀ ਵੇਖਦੀ ਹੈ ਕਿ ਸੱਚਮੁੱਚ ਵੀਰ ਜੀ 10 ਸਿੱਖਾਂ ਸਣੇ ਘੋੜੇ ਸੁੱਟੀ ਆ ਰਹੇ ਹਨ ਔਰ ਦੁਹਾਈ ਸੁਣ ਕੇ ਹੋਰ ਵੀ ਹਵਾ ਵਾਂਗੂ ਉੱਡ ਰਹੇ ਹਨ। ਅੱਖ ਦੇ ਫੋਰ ਵਿੱਚ ਬਹਾਦਰ ਪਹੁੰਚੇ। ਇੱਕ ਛੋਟੀ ਜਿਹੀ ਲੜਾਈ ਮੁਗਲਾਂ ਤੇ ਸਿੱਖਾਂ ਦੀ ਹੋਈ। 2 ਮੁਗਲ ਮੋਏ, ਬਾਕੀ ਦੇ ਜਾਨਾਂ ਬਚਾ ਕੇ ਨੱਸ ਗਏ ਔਰ ਧਰਮੀ ਸੁੰਦਰੀ ਦੀ ਪੱਤ ਕਰਤਾਰ ਨੇ ਰੱਖ ਲਈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਭੈਣ ਭਰਾ ਘੋੜਿਆਂ ਤੋਂ ਉਤਰ ਕੇ ਅਜਿਹੇ ਵਿਛੜ ਕੇ ਮਿਲੇ ਕਿ ਦੋਹਾਂ ਦੀਆਂ ਅੱਖਾਂ ਤੋਂ ਮੈਂ ਨੀਰ ਵਹੇ ਵਹਿ ਚਲੇ ਜੀਓ।